ਵਾਹਿਗੁਰੂ ਵਾਹਿਗੁਰੂ। ਧਰਨ ਗਗਨ ਨਵ ਖੰਡ ਮੈਂ ਜੋਤ ਸਰੂਪੀ ਰਹਿਓ ਭਾਰ। ਹਨਮਤ ਰਾਕਛ ਭੇਦ ਨਹੀਂ ਗੁਰੂ ਅਰਜਨ ਪਰ ਤਖ ਹਾਰ। ਹਨਮਤ ਰਾਕਛ ਭੇਦ ਨਹੀਂ ਗੁਰੂ ਅਰਜਨ ਪਰ ਤਖ ਹਾਰ। ਲੋ ਨਹੀਂ ਪਾਗਲ ਲਾਰ ਉਦੈ ਲੋ ਭ੍ਰਮ ਤੇ ਫਿਰਤੇ ਬਹੁਤ ਆਇਓ। ਕਲ ਕੋਰ ਸਮੁੰਦਰ ਮੈਂ ਬੂਢਤ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਜਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ। ਜਪਿਓ ਜਿਨ ਅਰਜਨ ਦੇਵ ਫਿਰ ਸੰਕਟ ਜੋਨ ਗਰਭ ਨ। ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਚਲ ਬਿਖ ਮਨ ਦੀ ਜਾਏ ਤਰਣੀ। ਸੋ ਕਹਾ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾ। ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ। ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂ ਦਾਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਜੀਆਂ ਦੀ ਬਖਸ਼ਿਸ਼ ਦੁਆਰਾ ਕਿਰਪਾ ਦੁਆਰਾ ਜੋ ਵੀ ਮਾਈ ਪਾਈ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਗੁਰੂ ਮਹਾਰਾਜ ਜੀਆਂ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਹਰੀ ਜਸ ਕੀਰਤਨ ਕਥਾ ਵਿਚਾਰਾਂ ਸਿਮਰਨ ਵਿੱਚ ਹਾਜ਼ਰੀਆਂ ਲਗਾ ਰਹੇ ਹੋ। ਭਾਗਾਂ ਵਾਲੇ ਹੋ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭੁਲ ਕੇ ਉਠਾ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾ ਆਵੈ। ਫਿਰ ਚੜਾ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਸੋ ਪਰਮਾਤਮਾ ਦੀ ਸਿਫਤ ਸਲਾਹ ਕਰਨ ਦਾ ਜਿਹੜਾ ਸਮਾਂ ਹੈ ਅੰਮ੍ਰਿਤ ਵੇਲਾ ਬਹੁਤ ਹੀ ਵਧੀਆ ਸਮਾਂ ਹੈ। ਪਰਮਾਤਮਾ ਦੀ ਸਿਫਤ ਸਲਾਹ ਤਾਂ ਭਾਵੇਂ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ, ਕਿਸੇ ਵੀ ਟਾਈਮ ਕੀਤੀ ਜਾ ਸਕਦੀ ਹੈ, ਪਰੰਤੂ ਅੰਮ੍ਰਿਤ ਵੇਲੇ ਦੀ ਬਹੁਤ ਹੀ ਵੱਡੀ ਮਹਾਨਤਾ ਸਤਿਗੁਰਾਂ ਨੇ ਬਾਣੀ ਦੇ ਵਿੱਚ ਜਿਹੜੀ ਹੈ ਕਥਨ ਕੀਤੀ ਹੈ। ਸੋ ਇਸ ਕਰਕੇ ਭਾਗਾਂ ਵਾਲੇ ਹੁੰਦੇ ਹਨ ਜਿਹੜੇ ਨਿੰਦਰਾ ਦਾ ਤਿਆਗ ਕਰਕੇ ਉਦਮ ਕਰਕੇ ਗੁਰੂ ਮਹਾਰਾਜ ਜੀਆਂ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਹਰੀ ਜਸ ਕਰਦੇ ਹਨ ਜਾਂ ਸਰਵਣ ਕਰਦੇ ਹਨ। ਸੁਣਿਆ ਸੀ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਬੰਦੇਂਦੀ ਆਰਦਾਂ ਦੂਜਾ ਸਾਹਿਬ ਆਵੇ ਚਿੱਤ। ਸੋ ਬਹੁਤ ਫਲ ਲੱਗਦੇ ਹਨ। ਪਹਿਲਾ ਪੈਰਾ ਫਲੜਾ ਫਲ ਵੀ ਪੱਛਾ ਰਾਤ ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ। ਪਹਿਲਾ ਪੈਰਾ ਫੁੱਲੜਾ ਫਲ ਵੀ ਪੱਛਾ ਰਾਤ ਜੋ ਜਾਗਾ ਨ ਲਹਨ ਸੇ ਸਾਈ ਕੰਨੋ ਦਾਤ। ਜੋ
ਜਾਗਦੇ ਹਨ ਉਹ ਦਾਤਾਂ ਪ੍ਰਾਪਤ ਕਰਦੇ ਹਨ। ਜੋ ਪਰਮਾਤਮਾ ਦਾ ਸਿਮਰਨ ਕਰਦੇ ਨੇ, ਜਿਸ ਨੇ ਵੀ ਭਗਤੀ ਕੀਤੀ, ਜਿਸ ਨੇ ਵੀ ਸਿਮਰਨ ਕੀਤਾ, ਪਰਮਾਤਮਾ ਨੂੰ ਖੁਸ਼ ਕਰਨ ਵਾਸਤੇ ਉਹਨਾਂ ਨੇ ਅੰਮ੍ਰਿਤ ਵੇਲੇ ਤੋਂ ਕਮਾਈਆਂ ਕੀਤੀਆਂ, ਅੰਮ੍ਰਿਤ ਵੇਲੇ ਨੂੰ ਸੰਭਾਲਿਆ। ਇਸ ਕਰਕੇ ਗੁਰੂ ਮਹਾਰਾਜ ਜੀ ਨੇ ਲਾਜ਼ਮੀ ਕਰਾਰ ਦੇ ਦਿੱਤਾ ਗੁਰੂ ਦੇ ਸਿੱਖਾਂ ਨੂੰ ਕਿ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਅੰਮ੍ਰਿਤ ਵੇਲੇ ਨਿਤਨੇਮ ਕਰਨਾ, ਪਰਮਾਤਮਾ ਦੀ ਭਗਤੀ ਕਰਨੀ, ਸਿਮਰਤ ਸਿਫਤ ਸਲਾਹ ਕਰਨੀ, ਨਾਮ ਜਪਣਾ ਜ਼ਰੂਰੀ ਕਰ ਦਿੱਤਾ ਗੁਰੂ ਦੇ ਸਿੱਖ ਵਾਸਤੇ। ਗੁਰੂ ਜੀ ਨੇ ਇਸੇ ਕਰਕੇ ਡੈਫੀਨੇਸ਼ਨ ਲਿਖ ਦਿੱਤੀ ਗੁਰੂ ਦਾ ਸਿੱਖ ਕੌਣ ਹੁੰਦਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨੇ ਲਿਖ ਦਿੱਤਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਫਲ ਕੇ ਉੱਠ ਹਰਿ ਨਾਮ ਧਿਆਏ। ਦੱਸੋ ਜੀ ਗੁਰੂ ਦਾ ਸਿੱਖ ਕੌਣ ਹੁੰਦਾ ਹੈ। ਗੁਰੂ ਜੀ ਨੇ ਕਿਹਾ ਭਾਈ ਗੁਰੂ ਦਾ ਸਿੱਖ ਸਭ ਤੋਂ ਪਹਿਲਾਂ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਫਲ ਕੇ ਉੱਠ ਹਰਿ ਨਾਮ ਧਿਆਏ। ਸਭ ਤੋਂ ਪਹਿਲਾਂ ਪਰਮਾਤਮਾ ਦੇ ਨਾਮ ਨੂੰ ਧਿਆਵੇ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰੇ, ਜਾਪ ਕਰੇ, ਉਦਮ ਕਰੇ ਭਲਕੇ ਪ੍ਰਭਾਤੀ, ਉਦਮ ਕਰੇ, ਹਿੰਮਤ ਕਰੇ, ਅੰਮ੍ਰਿਤ ਵੇਲੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤ ਸਰਨਾਵੇ। ਅੰਮ੍ਰਿਤ ਇਸ਼ਨਾਨ ਜਿਹੜਾ ਹੁੰਦਾ, ਕਾਮ ਇਸ਼ਨਾਨ ਨਹੀਂ ਹੁੰਦਾ। ਅੰਮ੍ਰਿਤ ਵੇਲੇ ਦਾ ਨਾਮ ਜਪਦੇ ਹੋਏ, ਸਿਮਰਨ ਕਰਦੇ ਹੋਏ। ਜਿਹੜੇ ਤਾਂ ਅੰਮ੍ਰਿਤਸਰ ਹਨ ਉਹ ਤਾਂ ਅੰਮ੍ਰਿਤਸਰ ਦਾ ਇਸ਼ਨਾਨ, ਪਰੰਤੂ ਜਿਹੜੇ ਸਿਮਰਨ ਕਰਦੇ ਹੋਏ, ਬਾਣੀ ਪੜ੍ਹਦੇ ਹੋਏ, ਨਾਮ ਜਪਦੇ ਹੋਏ ਇਸ਼ਨਾਨ ਕਰਦੇ ਹਨ, ਉਹ ਅੰਮ੍ਰਿਤ ਇਸ਼ਨਾਨ ਹੋ ਜਾਂਦਾ ਹੈ। ਸੋ ਇਸ ਕਰਕੇ ਇਹ ਗੁਰੂ ਸਾਹਿਬ ਜੀਆਂ ਨੇ ਜਿਹੜਾ ਹੈ ਪੱਕਾ ਗੁਰੂ ਦੇ ਸਿੱਖ ਦਾ ਇਹ ਗੁਣ ਜਿਹੜਾ ਹੈ ਕਥਨ ਕਰ ਦਿੱਤਾ ਹੈ। ਸੋ ਆਓ ਰਹੋ ਵਿਚਾਰ ਸਰਵਣ ਕਰੋ ਅੱਜ ਦੇ ਸ਼ਬਦ ਦੀ ਵਿਚਾਰ। ਸੋਠ ਰਾਗ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ ਹਨ, ਸਾਨੂੰ ਬੇਨਤੀਆਂ ਕਰਨੀਆਂ ਸਿਖਾਉਂਦੇ ਹਨ ਨਿਮਰਤਾ ਦੇ ਵਿੱਚ ਕਿ ਪਰਮਾਤਮਾ ਅੱਗੇ ਕਿਵੇਂ ਬੇਨਤੀਆਂ ਕਰੀਦੀਆਂ ਹੁੰਦੀਆਂ ਨੇ, ਪਰਮਾਤਮਾ ਅੱਗੇ ਕਿਵੇਂ ਪੁਕਾਰ ਕਰੀਦੀ ਹੁੰਦੀ ਹੈ। ਮਨ ਚਿੱਤ ਇਕਾਗਰ ਕਰਕੇ ਸਰਵਣ ਕਰੋ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂ ਦਾਤਾ। ਹੇ ਵਾਹਿਗੁਰੂ ਜੀ, ਹੇ ਪਰਮਾਤਮਾ ਜੀ, ਹੇ ਨਿਰੰਕਾਰ ਜੀ, ਹੇ ਅਕਾਲ ਪੁਰਖ ਵਾਹਿਗੁਰੂ, ਹਮ ਮੈਲੇ ਤੁਮ ਉਜਲ ਕਰਤੇ, ਅਸੀਂ ਮੈਲੇ ਹਾਂ। ਮਲ ਵਿਖਸ਼ੇਪ ਸਾਡੇ ਮਨ ਨੂੰ ਮੈਲ ਲੱਗੀ ਹੋਈ ਹੈ। ਇੱਕ ਤਨ ਦੀ ਮੈਲ ਹੁੰਦੀ, ਇੱਕ ਮਨ ਦੀ ਮੈਲ ਹੁੰਦੀ ਹੈ, ਵਸਤਰਾਂ ਦੀ ਮੈਲ ਹੁੰਦੀ ਹੈ। ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸੌਖੇ ਹਨ। ਮੋਦ ਪ੍ਰੀਤੀ ਕੱਪੜ ਹੋਏ ਦੇ ਸਾਬੂਨ ਲਈਆ ਧੋਏ, ਭਰੀਏ ਮਤ ਪਾਪਾਂ ਕੈ ਸੰਗ ਧੋਪੈ ਨਾਵੈ ਕੈ ਰੰਗ। ਹੇ ਪਰਮਾਤਮਾ, ਹੇ ਸਤਿਗੁਰੂ, ਅਸੀਂ ਮੈਲੇ ਹਾਂ, ਸਾਡੇ ਮਨ ਸਾਫ਼ ਨਹੀਂ ਹਨ। ਕਾਮ ਕ੍ਰੋਧ ਲੋਭ ਹੰਕਾਰ ਦੀ ਜਿਹੜੀ ਹੈ ਮੈਲ ਦੇ ਨਾਲ ਭਰੇ ਹੋਏ ਹਨ। ਜਨਮ ਜਨਮ ਕਿਸ ਮਨ ਕੋ ਮਨ ਲਾਗੀ, ਕਾਲਾ ਹੋਆ ਸਿਆ ਹੋ, ਖਨਲੀ ਧੋਤੀ ਉਜਲੀ ਨਾ ਹੋਵੀ, ਜੇ ਸੋ ਧੋਵਣ ਪਾ। ਤੇ ਤੁਸੀਂ ਉਜਲ ਹੋ, ਉਜਲ ਕਰਨ ਵਾਲੇ ਹੋ, ਪਾਵਨ ਕਰਨ ਵਾਲੇ ਹੋ, ਪਵਿੱਤਰ ਕਰਨ ਵਾਲੇ ਹੋ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਤੁਸੀਂ ਦਾਤੇ ਹੋ, ਅਸੀਂ ਨਿਰਗੁਣ ਹਾਂ, ਗੁਣਾਂ ਤੋਂ ਰਹਿਤ ਹਾਂ। ਤੁਸੀਂ ਮਾਲਕ ਹੋਏ ਵਾਹਿਗੁਰੂ, ਹੇ ਪਰਮਾਤਮਾ, ਹੇ ਮੇਰੇ ਸਤਿਗੁਰੂ, ਅਸੀਂ ਮੈਲੇ ਹਾਂ, ਤੁਸੀਂ ਉਜਲ ਕਰਨ ਵਾਲੇ ਹੋ, ਪਾਵਨ ਕਰਨ ਵਾਲੇ ਹੋ, ਪਵਿੱਤਰ ਕਰਨ ਵਾਲੇ ਹੋ, ਸਾਡੀ ਮਨ ਦੀ ਮੈਲ ਨੂੰ ਧੋਣ ਵਾਲੇ ਹੋ, ਸਾਫ਼ ਕਰਨ ਵਾਲੇ ਹੋ। ਤੁਮ ਕਹੀਆਂ ਤਾਂ ਜਗਤ ਗੁਰ ਸੁਆਮੀ, ਹਮ ਕਹਿਤ ਕਲ ਜੁਕੇ ਕਾਮੀ। ਇਨ ਪੰਚਰ ਮੇਰੇ ਮਨ ਜੋ ਵਿਗਾਰਿਓ, ਪਲ ਪਲ ਹਰ ਜੀਤੇ ਅੰਤਰ ਪਾਰਿਓ। ਇਸ ਕਰਕੇ ਹੇ ਵਾਹਿਗੁਰੂ, ਹੇ ਪਰਮਾਤਮਾ, ਅਸੀਂ ਨਿਰਗੁਣ ਆ ਰਹੇ ਹਾਂ, ਸਾਡੇ ਵਿੱਚ ਕੋਈ ਗੁਣ ਨਹੀਂ ਹੈ। ਤੁਸੀਂ ਦਾਤੇ ਹੋ। ਹਮ ਮੂਰਖ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਹੇ ਵਾਹਿਗੁਰੂ, ਹੇ ਪਰਮਾਤਮਾ, ਅਸੀਂ ਮੂਰਖ ਹਾਂ। ਇੱਕ ਤਾਂ ਮੂਰਖ ਹੁੰਦਾ, ਮੂੰਹ ਨੂੰ ਅੱਗੇ ਰੱਖਦਾ, ਬਸ ਸੋਚਣਾ ਨਹੀਂ ਸਮਝਣਾ ਨਹੀਂ ਜੋ ਬੋਲਣ ਲੱਗਿਆ।
ਮੂਰਖ ਜਿਸ ਨੂੰ ਮੱਤ ਨਾ ਹੋਵੇ। ਹੇ ਵਾਹਿਗੁਰੂ, ਹੇ ਸਤਿਗੁਰੂ, ਅਸੀਂ ਮੂਰਖ ਹਾਂ, ਤੁਸੀਂ ਸਿਆਣੇ ਹੋ, ਚਤੁਰ ਹੋ, ਸਰਵਗੁਣ ਸੰਪੰਨ ਹੋ। ਹਾਂ ਮੂਰਖ ਤੁਮ ਚਤੁਰ ਸਿਆਣੇ। ਤੁਸੀਂ ਸੱਚੇ ਪਾਤਸ਼ਾਹ ਜੀਓ ਸਿਆਣੇ ਹੋ ਤੇ ਸਰਵ ਕਲਾ ਕਾ ਗਿਆਤਾ, ਸਾਰੀਆਂ ਸ਼ਕਤੀਆਂ ਦੇ ਜਾਣਨ ਵਾਲੇ ਹੋ, ਸਾਰੀਆਂ ਕਲਾ ਦੇ ਜਾਣਨ ਵਾਲੇ ਹੋ। ਤੁਹਾਡੇ ਅੰਦਰ ਸਾਰੀਆਂ ਕਲਾ ਨੇ, ਗਿਆਤਾ ਜਾਣਨ ਵਾਲੇ ਹੋ। ਅਸੀਂ ਮੂਰਖ ਹਾਂ, ਤੁਸੀਂ ਸਿਆਣੇ ਹੋ, ਚਤੁਰ ਹੋ। ਤੁਸੀਂ ਸਰਵ ਕਲਾ ਕਾ ਗਿਆਤਾ, ਸਾਰੀਆਂ ਕਲਾ ਰੱਖਣ ਵਾਲੇ ਹੋ, ਸਭ ਕੁਛ ਹੀ ਜਾਣਦੇ ਹੋ। ਸੱਚੇ ਪਾਤਸ਼ਾਹ ਜੀਓ माधो हम ऐसे तू ऐसा। ਮਾਧੋ ਪਰਮੇਸ਼ਰ ਦਾ ਨਾਮ ਹੈ, ਪਰਮਾਤਮਾ ਦਾ ਨਾਮ ਹੈ ਮਾਧੋ। ਮਾਂ ਨਾਮ ਮਾਇਆ ਦਾ, ਤੋ ਨਾਮ ਪਤੀ ਦਾ, ਜੋ ਮਾਇਆ ਦਾ ਪਤੀ ਵਾਹਿਗੁਰੂ ਪਰਮਾਤਮਾ ਹੈ। ਮਾਧੋ ਹਮ ਐਸੇ ਤੂੰ ਐਸਾ। ਤੁਸੀਂ ਇਹੋ ਜਿਹੇ ਹੋ ਤੇ ਅਸੀਂ ਇਹੋ ਜਿਹੇ। ਤੁਹਾਡੇ ਵਿੱਚ ਸਾਡੇ ਵਿੱਚ ਕੀ ਫਰਕ ਹੈ, ਕਿੰਨਾ ਫਰਕ ਹੈ। ਕਹੋ ਕਿ ਮੇਰੇ ਮਾਧਵਾ ਤੂੰ ਸਰਬ ਵਿਆਪੀ, ਤੁਮ ਸੰਸਰ ਨਾਹਿ ਦਇਆਲ, ਮੋਹਿ ਸੰਸਰ ਪਾਪੀ। ਇਸ ਤਰ੍ਹਾਂ ਭਗਤ ਰਵਿਦਾਸ ਜੀ ਹਮ ਸਰ ਦੀਨ ਦਇਆਲ ਨਾ ਤੁਮ ਸਰ। ਆਪ ਤਿਆਰ ਕਿਆ ਕੀਜੈ, ਵਚਨੀ ਤੋਰ ਮੋਰ ਮਨ ਮਾਨੈ, ਜਨ ਕੋ ਬੂਰ ਨ ਦੀਜੈ। ਹਾਂ ਵਲ ਵਲ ਜਾਓ ਰਮਈਆ ਕਾਰਨੇ, ਕਾਰਨ ਕਬ न बोल, बहुत जन विछरे थे माधवे, जन्म तुम्हारे लेखे। कह रविदास आस लग जीवो, चिर प्यो दर्शन देखे। हे वाहिगुरु, हे माधो, हे परमात्मा, हे निरंकार, तू ਇਹੋ ਜਿਹਾ ਹੈ ਤੇ ਅਸੀਂ ਇਹੋ ਜਿਹੇ ਹਾਂ। ਉੱਪਰੋਂ ਇਹ ਸ਼ਬਦ ਜਿਹੜਾ ਸ਼ੁਰੂ ਹੁੰਦਾ ਹੈ ਇਹ ਸਥਾਈ ਹੈ। ਮਾਧੋ ਹਮ ਐਸੇ ਤੂੰ ਐਸਾ, ਤੂੰ ਇਹੋ ਜਿਹਾ ਹੈ ਤੇ ਅਸੀਂ ਇਹੋ ਜਿਹੇ ਹਾਂ। हम पापी तुम पाप खंडन, नीको ठाकुर। ਹਮ ਪਾਪੀ, ਅਸੀਂ ਪਾਪੀ ਹਾਂ, ਪਾਪ ਕਰਨ ਵਾਲੇ ਹਾਂ। ਹਮ ਪਾਪੀ ਤੂੰ ਪਾਪ ਖੰਡਨ, ਤੂੰ ਪਾਪਾਂ ਦਾ ਨਾਸ ਕਰਨ ਵਾਲਾ ਹੈ। ਪਾਪਾਂ ਨੂੰ ਨਾਸ ਕਰਨ ਵਾਲਾ, ਪਾਪਾਂ ਦਾ ਖਤਮ ਕਰਨ ਵਾਲਾ ਹੈ। ਹਮ ਪਾਪੀ ਤੂੰ ਪਾਪ ਖੰਡਨ, ਨੀਕੋ ਠਾਕੁਰ ਦੇਸਾ। ਨੀਕੋ ਸ੍ਰੇਸ਼ਟ ਸੁੰਦਰ ਠਾਕੁਰ ਮਾਲਕ, ਇਹੋ ਜਿਹਾ ਦੇਸਾ, ਇਹੋ ਜਿਹਾ ਤੇਰਾ ਸਰੂਪ ਹੈ। ਹੇ ਵਾਹਿਗੁਰੂ, ਹੇ ਪਰਮਾਤਮਾ, ਹੇ ਨਿਰੰਕਾਰ ਜੀਓ, ਅਸੀਂ ਪਾਪਾਂ ਦੇ ਨਾਲ ਭਰੇ ਹੋਏ ਹਾਂ, ਗੁਨਾਹਾਂ ਦੇ ਨਾਲ ਭਰੇ ਹੋਏ ਹਾਂ। ਹਮ ਪਾਪੀ ਤੂੰ ਪਾਪ ਖੰਡਨ, ਤੂੰ ਪਾਪਾਂ ਦਾ ਨਾਸ ਕਰਨ ਵਾਲਾ ਹੈ। ਨੀਕੋ ਠਾਕੁਰ ਦੇਸਾ ਮਾਲਕ, ਤੇਰਾ ਸਰੂਪ ਸੁੰਦਰ ਹੈ। ਰਹਾਉ ਅਸਥਾਈ, ਰਹਾਉ ਟਿਕਿਆ ਹੋਇਆ। ਇਹ ਸਾਰਾ ਕੁਝ ਸੰਸਾਰ ਦਾ ਜੋ ਦੁਨੀਆ ਹੈ ਸਭ ਚਲਾਇਮਾਨ ਹੈ, ਪਰੰਤੂ ਵਾਹਿਗੁਰੂ ਜੋ ਹੈ ਉਹ ਨਿਸ਼ਚਲ ਹੈ, ਉਹ ਅਟਲ ਹੈ, ਉਹ ਟਿਕਿਆ ਹੋਇਆ ਹੈ। ਤੇ ਅਸਥਾਈ, ਜਿਵੇਂ ਸ਼ਬਦ ਦਾ ਰਾਗ ਦੇ ਅੰਦਰ, ਸੋਠ ਰਾਗ ਦੇ ਅੰਦਰ ਸ਼ਬਦ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਸਥਾਈ ਹੁੰਦੀ ਹੈ ਤੇ ਅੰਤਰਾ ਹੁੰਦਾ ਹੈ। ਅਸਥਾਈ ਦੇ ਕੇ ਫਿਰ ਪ੍ਰਮਾਨ ਕਰਦੇ ਹਨ। ਤੁਮ ਸਭ ਸਾਜੇ ਸਾਜ ਨਿਵਾਜੇ, ਜੀਓ ਪਿੰਡ ਦੇ ਪ੍ਰਾਨਾ। ਜਿੰਨੇ ਵੀ ਜੀਵ, ਜਿੰਨਾ ਵੀ ਸੰਸਾਰ, ਹੇ ਪਰਮਾਤਮਾ ਤੁਸੀਂ ਹੀ ਸਾਜਿਆ ਹੈ, ਤੁਸੀਂ ਹੀ ਬਣਾਇਆ ਹੈ। ਜਿਤਨੇ ਵੀ ਸਰੀਰ ਰੂਪੀ ਭਾਂਡੇ ਵੀ ਤੁਸੀਂ ਸਾਜੇ ਹੋਏ ਹਨ। ਤੁਮ ਸਭ ਸਾਜੇ ਸਾਜ ਨਵਾਜੇ, ਫਿਰ ਸਾਜ ਕੇ ਨਵਾਜੇ ਵੀ ਹੋਏ ਹਨ। ਸਾਜ ਕੇ ਨਵਾਜ ਦਿੱਤੇ ਨੇ, ਭਾਵ ਵਡਿਆਈਆਂ ਦੇ ਦਿੱਤੀਆਂ ਹਨ। ਸਰੀਰ ਬਣਾਇਆ ਹੈ, ਸਾਜ ਦਿੱਤਾ ਹੈ, ਫਿਰ ਨਵਾਜ ਦਿੱਤਾ, ਉਹਦੇ ਵਿੱਚ ਆਪਣੀ ਸ਼ਕਤੀ ਰੱਖ ਦਿੱਤੀ ਹੈ, ਆਤਮਾ ਪਾ ਦਿੱਤੀ ਹੈ। ਸਭ ਮੈਂ ਜੋਤ ਜੋਤ ਹੈ ਸੋਇ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਰਾਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਮਨ ਦ੍ਰਿਸ਼ਟਾਨੀ। ਜਿਨ ਤੋਂ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨ੍ਹਾਂ ਉਬਾਰਿਆ। ਬਾਰ ਵਿਵਸਥਾ ਤੁਝਾ ਪਿਆਰਾ, ਦੂਧ ਪਰ ਜੋਬਨ ਭੋਜਨ ਸੁਖ ਸੂਦ। ਬਿਰਧ ਪਿਆ ਉਪਰ ਸਾਕਸ,
ਮੁਖਾ ਪਿਆਓ ਬੈਠ ਕੇ ਉਦੈਨ, ਇਹ ਨਿਰਗੁਣ ਗਨ ਕਛੂ ਨ ਬੂਝੈ, ਬਖਸ਼ ਲਿਹੋ ਤੋ ਨਾਨਕ ਸੀਜੈ। ਹੇ ਪਰਮਾਤਮਾ, ਹੇ ਵਾਹਿਗੁਰੂ, ਤੁਸੀਂ ਸਾਰਾ ਕੁਝ ਸਾਜ ਕੇ ਫਿਰ ਨਵਾਜਿਆ ਹੈ। ਜੀਓ ਪਿੰਡ ਦੇ ਪ੍ਰਾਨਾ, ਜੀ ਪਿੰਡ ਨਾਮੇ ਸਰੀਰ ਦੇ ਕੇ ਜੀਓ ਜੀਵਾਤਮਾ, ਤੇ ਇਹਦੇ ਵਿੱਚ ਫਿਰ ਪ੍ਰਾਣ ਪਾ ਦਿੱਤੇ ਹਨ। ਸਰੀਰ ਸਾਜ ਕੇ ਇਹਦੇ ਵਿੱਚ ਜੀਵਾਤਮਾ ਪਾਈ ਹੈ, ਫਿਰ ਇਹਦੇ ਵਿੱਚ ਪ੍ਰਾਣ ਚੱਲਦੇ ਹਨ। ਕਿਉਂਕਿ ਜਦੋਂ ਪ੍ਰਾਣ ਹੀ ਨਾ ਹੋਣ, ਜੀਵਾਤਮਾ ਹੀ ਨਾ ਹੋਣ, ਇਹ ਸਰੀਰ ਵੀ ਜਿਹੜਾ ਕੁਛ ਨਹੀਂ ਕਰ ਸਕਦਾ ਹੈ। ਸਾਜ ਕੇ ਫਿਰ ਇਸ ਨੂੰ ਨਵਾਜਿਆ ਹੈ, ਜੀਵਾਤਮਾ ਪਾਈ ਹੈ, ਇਹਦੇ ਵਿੱਚ ਪ੍ਰਾਣਾਂ ਦੀ ਕਲਾ ਚਲਾਈ ਹੈ, ਪ੍ਰਾਣਾਂ ਦਾ ਸੰਚਾਰ ਕੀਤਾ ਹੈ। ਜਿਤਨੇ ਵੀ ਜੀਵ ਜੰਤੂ ਨੇ, ਜਿਤਨਾ ਵੀ ਸੰਸਾਰ ਹੈ, ਇਸ ਕਰਕੇ ਤੁਸੀਂ ਹੀ ਮਹਾਰਾਜ ਸਾਜ ਕੇ ਨਵਾਜੇ ਹੋਏ ਹਨ। ਨਿਰਗੁਣਿਆਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਬਾਨਾ। ਅਸੀਂ ਗੁਣਾਂ ਤੋਂ ਰਹਿਤ ਹਾਂ, ਨਿਰਗੁਣਿਆਰੇ ਹਾਂ, ਸਾਡੇ ਵਿੱਚ ਕੋਈ ਗੁਣ ਨਹੀਂ ਹੈ। ਗੁਣ ਦੇਣ ਵਾਲਾ ਕੌਣ ਹੈ? ਪਰਮਾਤਮਾ ਹੈ। ਨਿਰਗੁਣਿਆਰੇ ਗੁਣ ਨਹੀਂ ਕੋਈ, ਤੁਮ ਦਾਨ ਦਿਓ ਮਿਹਰਬਾਨਾ। ਤੁਸੀਂ ਮਿਹਰ ਕਰਕੇ ਇਹ ਦਾਨ ਦਿੰਦੇ ਹੋ, ਦਾਤਾਂ ਦਿੰਦੇ ਹੋ ਗੁਣਾਂ ਦੀਆਂ। ਦਿੰਦਾ ਦੇ ਲੈਂਦੇ ਥੱਕ ਪਾਏ। ਹੇ ਵਾਹਿਗੁਰੂ, ਹੇ ਪਰਮਾਤਮਾ, ਹੇ ਪਰਮੇਸ਼ਰ, ਹੇ ਸਤਿਗੁਰੂ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਏ ਹੋਏ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਾ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਨਿਰਗੁਣਿਆਰੇ ਗੁਣ ਨਹੀਂ ਕੋਈ, ਤੁਮ ਦਾਨ ਦਿਓ ਮਿਹਰਬਾਨਾ। ਤੁਸੀਂ ਮਿਹਰਬਾਨ ਹੋ ਕੇ, ਦਿਆਲੂ ਹੋ ਕੇ, ਕਿਰਪਾ ਦੇ ਘਰ ਵਿੱਚ ਆ ਕੇ ਦਾਤਾਂ ਬਖਸ਼ਦੇ ਹੋ। ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਇਆਲਾ। ਸਾਡੀ ਇਹ ਹਾਲਤ ਹੈ। ਹੇ ਵਾਹਿਗੁਰੂ, ਹੇ ਪਰਮਾਤਮਾ, ਤੂੰ ਅਸੀਂ ਸਾਡਾ ਹਮੇਸ਼ਾ ਭਲਾ ਹੀ ਕਰਦੇ। ਵਾਹਿਗੁਰੂ ਤਾਂ ਕਿਸੇ ਦਾ ਮਾੜਾ ਨਹੀਂ ਕਰਦਾ, ਵਾਹਿਗੁਰੂ ਸਦਾ ਭਲਾ ਹੀ ਕਰਦਾ ਹੈ। ਪਰੰਤੂ ਅਗਿਆਨਤੇ ਦੇ ਵਿੱਚ ਆ ਕੇ ਜਿਹੜਾ ਇਹ ਇਨਸਾਨ ਹੈ, ਪਰਮਾਤਮਾ ਨੂੰ ਵੀ ਮਿਹਣੇ ਮਾਰਨ ਲੱਗ ਜਾਂਦਾ। ਤੂੰ ਮੈਨੂੰ ਕੀ ਦਿੱਤਾ ਹੈ, ਤੂੰ ਕੀ ਕੀਤਾ ਹੈ। ਤੁਮ ਕਰੋ ਭਲਾ ਹਮ ਭਲੋ ਨਾ ਜਾਣੈ। ਅਸੀਂ ਭਲਾ ਨਹੀਂ ਜਾਣਦੇ ਮਹਾਰਾਜ। ਕਈ ਵਾਰੀ ਪਰਮਾਤਮਾ ਭਲਾ ਹੀ ਕਰ ਰਿਹਾ ਹੁੰਦਾ ਹੈ, ਜਿਹੜੇ ਹਨ ਜੀਵ ਸਮਝਦਾ ਨਹੀਂ ਹੈ ਵੀ ਇਹਦੇ ਵਿੱਚ ਕੀ ਭਲਾ ਹੈ। ਬਾਅਦ ਵਿੱਚ ਪਤਾ ਚੱਲਦਾ ਹੈ ਕਿ ਵੀ ਇਹਦੇ ਵਿੱਚ ਫਾਇਦਾ ਸੀ, ਇਹਦੇ ਵਿੱਚ ਭਲਾ ਸੀ। ਜਿਵੇਂ ਕੋਈ ਵਜ਼ੀਰ ਰਾਜੇ ਦੇ ਨਾਲ ਜਾ ਰਿਹਾ ਹੈ, ਤੇ ਇੱਕ ਦਿਨ ਕੀ ਹੋਇਆ, ਉਹ ਜਿਹੜਾ ਵਜ਼ੀਰ ਦਾ ਸੁਭਾਅ ਸੀਗਾ, ਕਹਿੰਦਾ ਹੁੰਦਾ ਸੀ ਚਲੋ ਜੋ ਵੀ ਕੀਤਾ ਪਰਮਾਤਮਾ ਨੇ ਚੰਗਾ ਹੀ ਕੀਤਾ। ਰਾਜੇ ਦੀ ਉਂਗਲ ਕੱਟੀ ਗਈ, ਉਂਗਲ ਕੱਟੀ ਗਈ। ਉਹ ਜਿਹੜਾ ਦਾ ਮੰਤਰੀ ਸੀ, ਵਜ਼ੀਰ ਸੀ, ਕਹਿੰਦਾ ਮਹਾਰਾਜ ਜੋ ਵੀ ਕੀਤਾ ਪਰਮਾਤਮਾ ਨੇ ਚੰਗਾ ਹੀ ਕੀਤਾ, ਜੋ ਵੀ ਕੀਤਾ ਪਰਮਾਤਮਾ ਨੇ ਚੰਗਾ ਹੀ ਕੀਤਾ। ਉਹ ਕਹਿਣ ਲੱਗਿਆ ਵੀ ਕਮਾਲ ਦਾ ਬੰਦਾ ਹੈ। ਰਾਜੇ ਨੂੰ ਇਹ ਗੁੱਸਾ ਆ ਗਿਆ, ਮੇਰੀ ਉਂਗਲ ਕੱਟੀ ਗਈ ਹੈ ਤੇ ਇਸ ਨੇ ਕਹਿ ਦਿੱਤਾ ਵੀ ਜੋ ਕੁਛ ਕੀਤਾ ਠੀਕ ਹੀ ਕੀਤਾ ਪਰਮਾਤਮਾ ਨੇ। ਇਸ ਕਰਕੇ ਉਸ ਨੂੰ ਬਹੁਤ ਕ੍ਰੋਧ ਆ ਗਿਆ ਰਾਜੇ ਨੂੰ ਵੀ ਮੈਨੂੰ ਤਕਲੀਫ ਹੋ ਰਹੀ ਹੈ, ਮੇਰੇ ਸਰੀਰ 'ਚ ਕੱਜ ਪੈ ਗਿਆ ਹੈ। ਤੇ ਇਹ ਕਹਿੰਦਾ ਚੰਗਾ ਹੀ ਕੀਤਾ, ਮੇਰਾ ਮਿੱਤਰ ਆ ਕਿ ਦੁਸ਼ਮਣ ਹੈ? ਤੇਰੇ ਵਰਗੇ ਮਿੱਤਰ ਹੋਣ ਫਿਰ ਦੁਸ਼ਮਣਾਂ ਦੀ ਕੀ ਲੋੜ ਹੈ? ਮੇਰਾ ਨੁਕਸਾਨ ਹੋ ਗਿਆ, ਕੱਲ੍ਹ ਨੂੰ ਮੇਰੀ ਗਰਦਨ ਕੱਟੀ ਜਾਓ, ਫਿਰ ਕਹਿੰਦੀ ਚੰਗਾ ਹੀ ਕੀਤਾ ਪਰਮਾਤਮਾ ਨੇ, ਜੋ ਕੀਤਾ ਚੰਗਾ ਹੀ ਕੀਤਾ, ਚੱਲ ਨੌਕਰੀ ਤੋਂ ਬਾਹਰ, ਕਰੋ ਇਹਦੀ ਛੁੱਟੀ। ਫਿਰ ਉਹਨੇ ਵਜ਼ੀਰ ਨੇ ਕਿਹਾ ਚਲੋ ਰਾਜਨ, ਜੋ ਪਰਮਾਤਮਾ ਕਰਦਾ ਠੀਕ ਹੀ ਕਰਦਾ, ਜੋ ਪਰਮਾਤਮਾ ਨੇ ਕੀਤਾ ਚੰਗਾ ਹੀ ਕੀਤਾ। ਰਾਜਾ ਬੜਾ ਹੈਰਾਨ ਹੋਇਆ ਵੀ ਇਹਨੂੰ ਮੈਂ ਨੌਕਰੀ ਤੋਂ ਵੀ ਕੱਢ ਦਿੱਤਾ, ਫਿਰ ਵੀ ਇਹ ਕਹਿੰਦਾ ਪਰਮਾਤਮਾ ਨੇ ਚੰਗਾ ਹੀ ਕੀਤਾ। ਸੋ ਇਸ ਤਰ੍ਹਾਂ ਕਾਫੀ ਸਮਾਂ ਬੀਤਣ ਤੋਂ ਇੱਕ ਦਿਨ ਰਾਜਾ ਆਪਣੀਆਂ ਫੌਜਾਂ ਦੇ ਨਾਲ, ਸਿਪਾਹੀਆਂ ਦੇ ਨਾਲ ਆਖਿਰ ਵਿਰਤ ਜਾਂਦਾ ਹੈ, ਸ਼ਿਕਾਰ ਕਰਨ ਵਾਸਤੇ ਜਾਂਦਾ। ਦੂਰ ਨਿਕਲ ਗਿਆ, ਫੌਜਾਂ ਪਿੱਛੇ ਰਹਿ ਗਈਆਂ, ਨੌਕਰ ਪਿੱਛੇ ਰਹਿ ਗਏ, ਸਿਪਾਹੀ ਸਾਰੇ ਪਿੱਛੇ ਰਹਿ ਗਏ।
ਹੋਰ ਜੰਗਲ ਦੇ ਵਿੱਚ ਚੱਲਿਆ ਗਿਆ, ਅੱਗੇ 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 ਗਾਹਾਂ ਦਿਸ਼ਾ ਭਰਮ ਹੋ ਗਿਆ। ਭਾਵ ਦਿਸ਼ਾ ਭਰਮ, ਫਿਰ ਪਤਾ ਨਹੀਂ ਚੱਲਦਾ ਵੀ ਕਿੱਧਰ ਨੂੰ ਜਾਣਾ, ਕਿੱਧਰ ਨੂੰ, ਕੋਈ ਰਸਤਾ ਨਹੀਂ ਥਾਉਂਦਾ। ਜਿਵੇਂ ਇੱਥੇ ਵੀ ਜਿਹੜਾ ਹੈਗਾ ਨਵਾਂ ਨਵਾਂ ਜੋ ਇਨਸਾਨ ਆਉਂਦਾ ਸੀ, ਹੁਣ ਤਾਂ ਸੰਗਤਾਂ ਦੀ ਬਹੁਤੀ ਚਹਿਲ ਪਹਿਲ ਜ਼ਿਆਦਾ ਹੋ ਗਈ। ਪਹਿਲਾਂ ਜੋ ਅੰਦਰ ਆ ਜਾਂਦਾ ਸੀ ਉਹਨੂੰ ਪਤਾ ਨਹੀਂ ਸੀ ਚੱਲਦਾ ਵੀ ਜਾਣਾ ਕਿੱਧਰ ਨੂੰ। ਇਹ ਸਾਰੇ ਪਲਾਹ ਇੱਕੋ ਜਿਹੇ ਲੱਗੇ ਜਾਂਦੇ ਸੀ ਵੀ ਆਹ ਇੱਥੇ ਹੀ, ਆਹ ਵੀ ਪਲਾਹ ਵੀ ਟੱਕ, ਇਸ ਤਰ੍ਹਾਂ ਤੇ ਉਹਨੂੰ ਪਤਾ ਨਹੀਂ ਸੀ ਚੱਲਦਾ। ਕਈ ਵਾਰੀ ਪਹਿਲਾਂ ਕੋਈ ਰਸਤਾ ਨਹੀਂ ਸੀ ਹੁੰਦਾ, ਆ ਜਾਂਦੇ ਸੀ ਕੋਈ ਪ੍ਰੇਮੀ, ਉਹ ਕਦੇ ਉੱਧਰਲੇ ਰਸਤੇ ਚਲੇ ਜਾਣਾ, ਕਦੇ ਉੱਧਰ ਰਸਤੇ ਚਲੇ ਜਾਣਾ, ਪਤਾ ਹੀ ਨਹੀਂ ਸੀ ਚੱਲਦਾ। ਜਿਹੜਾ ਸੇਵਾਦਾਰ ਹੁੰਦਾ ਸੀ ਰਾਤ ਨੂੰ ਇਸ਼ਨਾਨ ਕਰਨ ਵਾਸਤੇ, ਸਾਡੇ ਵਾਸਤੇ ਜਲ ਲੈਣ ਵਾਸਤੇ ਜਾਂਦਾ ਹੁੰਦਾ ਸੀ, ਪੀਪਾ ਸਿਰ 'ਤੇ ਰੱਖ ਕੇ, ਪਤਾ ਨਹੀਂ ਸੀ ਚੱਲਦਾ ਵੀ ਕਿੱਧਰ ਨੂੰ ਰਸਤਾ ਹੈ, ਕਿੱਧਰ ਨੂੰ ਜਾਣਾ ਹੈ। ਫਿਰ ਉਹ ਉੱਪਰ ਇੱਕ ਬਲਦੀ ਲੱਕੜ ਰੱਖ ਜਾਂਦਾ ਹੁੰਦਾ ਸੀ, ਉਹਨੂੰ ਦੇਖ ਕੇ ਦੂਰ ਤੋਂ ਜੇ ਕਿਤੇ ਨਿਗਾਹ ਨੂੰ ਪੈ ਜਾਵੇ ਤਾਂ ਪਤਾ ਚੱਲਦਾ ਸੀ ਵੀ ਆਹ ਇੱਥੇ ਕੁਟੀਆ ਹੈ, ਇੱਥੇ ਬਣੀ ਹੋਈ ਹੈ, ਇੱਥੇ ਬੈਠੇ ਆ। ਫਿਰ ਉਹ ਐਂ ਕਈ ਵਾਰ ਤਾਂ ਘੰਟਿਆਂ ਦੇ ਘੰਟੇ ਐਂ ਫਿਰਦਾ ਤੁਰਦਾ ਰਹਿੰਦਾ ਸੀਗਾ, ਪਤਾ ਨਹੀਂ ਸੀ ਚੱਲਦਾ ਵੀ ਕਿੱਧਰ ਨੂੰ ਹੈ। ਹੁਣ ਤਾਂ ਜ਼ਿਆਦਾ ਰਸਤੇ ਬੰਦ ਕਰਕੇ ਪਤਾ ਲੱਗ ਜਾਂਦਾ ਹੈ, ਸੋ ਨਹੀਂ ਪਤਾ ਨਹੀਂ ਸੀ ਚੱਲਦਾ। ਸੋ ਦਿਸ਼ਾ ਭਰਮ ਹੋ ਗਿਆ ਰਾਜੇ ਨੂੰ, ਪਤਾ ਨਹੀਂ ਚੱਲਦਾ ਵੀ ਮੈਂ ਕਿੱਧਰ ਜਾਣਾ। ਉਹ ਜੰਗਲ ਦੇ ਵਿੱਚ, ਘੋਰ ਜੰਗਲ ਦੇ ਵਿੱਚ, ਗਹਿਬਰ ਬਨ ਦੇ ਵਿੱਚ ਉਹ ਜਾਂਦਾ ਜਾਂਦਾ, ਉੱਥੇ ਜਿਹੜੇ ਜੰਗਲ ਵਿੱਚ ਰਹਿਣ ਵਾਲੇ ਕੁਛ ਲੋਕ ਹੁੰਦੇ ਨੇ, ਜੰਗਲੀ ਲੋਕ ਜਿਹਨਾਂ ਨੂੰ ਕਹਿੰਦੇ ਆ, ਬਨਵਾਸੀ। ਅਜੇ ਤੱਕ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਇਸ ਤਰ੍ਹਾਂ ਦੇ ਲੋਕ ਹਨ ਜਿਨ੍ਹਾਂ ਦਾ ਬਾਹਰਲੀ ਦੁਨੀਆ ਦੇ ਨਾਲ ਕੋਈ ਜ਼ਿਆਦਾ ਕਨੈਕਸ਼ਨ ਨਹੀਂ ਹੈ, ਮਤਲਬ ਨਹੀਂ ਹੈ ਟੈਕਨੋਲੋਜੀ ਦੇ ਨਾਲ। ਉਹ ਅਜੇ ਵੀ ਉਸੇ ਤਰ੍ਹਾਂ ਦੀ ਜ਼ਿੰਦਗੀ ਜਿਉਂਦੇ ਨੇ। ਅਜੇ ਵੀ ਜਿਹੜੇ ਹਨ ਉਹ, ਉਹਨਾਂ ਦਾ ਖਾਣਾ ਪੀਣਾ, ਉਹਨਾਂ ਦੀ ਆਪਣੀ ਜਿਹੜੀ ਹੈਗੀ ਬੋਲੀ, ਆਪਣੀ ਮਰਿਆਦਾ, ਉਸੇ ਤਰ੍ਹਾਂ ਹੀ ਰਹਿ ਕੇ ਉਹ ਖੁਸ਼ ਨੇ। ਸੋ ਇਸ ਕਰਕੇ ਰਾਜਾ ਉਹਨਾਂ ਦੇ ਧੱਕੇ ਚੜ੍ਹ ਗਿਆ, ਉਹਨਾਂ ਨੇ ਪਕੜ ਲਿਆ। ਪਕੜ ਕੇ ਹੁਣ ਰਾਜਾ ਇਕੱਲਾ ਉੱਥੇ, ਉਹਨੂੰ ਕੀ ਸਮਝਦੇ ਨੇ ਵੀ ਰਾਜਾ ਕੌਣ ਹੈ। ਉਹਨਾਂ ਨੇ ਤਾਂ ਦੇਖ ਲਿਆ ਬਈ ਇਹ ਜਿਹੜਾ ਆਮ ਬੰਦਾ ਹੀ, ਉਹਨਾਂ ਵਾਸਤੇ ਤਾਂ ਆਮ ਬੰਦਾ ਹੀ ਸੀਗਾ। ਅਤੇ ਉਹਨਾਂ ਨੂੰ ਬੰਦਾ ਚਾਹੀਦਾ ਸੀ ਬਲੀ ਦੇਣ ਵਾਸਤੇ, ਵੀ ਬਲੀ ਦੇਣੀ ਹੈ ਉਸਨੂੰ। ਉਹਨਾਂ ਨੇ ਜਿਵੇਂ ਕੌਡੇ ਨੇ ਕੜਾਹਾ ਤੱਤਾ ਕੀਤਾ ਹੋਇਆ ਸੀ, ਗਰਮ ਕੀਤਾ ਹੋਇਆ ਸੀਗਾ, ਮਰਦਾਨਾ ਧੱਕੇ ਚੜ੍ਹ ਗਿਆ ਵੀ ਹੁਣ ਇਹਦੀ ਬਲੀ ਦੇਵਾਂਗੇ। ਸਤਿਗੁਰਾਂ ਨੇ ਤੱਤ ਛਿਨ ਜਾ ਕੇ, ਛਿਨਾਂ ਦੇ ਵਿੱਚ ਜਾ ਕੇ ਬਚਾਇਆ ਸੀ ਫਿਰ ਕੌਡੇ ਤੋਂ। ਸੋ ਰਾਜਾ ਹੁਣ ਅਰਦਾਸਾਂ ਕਰਦਾ ਵੀ ਰੱਬਾ ਇੱਥੇ ਰੱਖ ਲੈ, ਇੱਥੇ ਕੌਣ ਬਚਾਉਣ ਵਾਲਾ ਕੋਈ ਵੀ ਨਹੀਂ ਹੈ। ਜਦੋਂ ਰਾਜੇ ਨੇ ਨੁਹਾਈ ਧੁਆਈ ਕਰਾ ਕੇ ਤਿਆਰ ਕਰਕੇ ਐਨ ਬਿਠਾ ਲਿਆ, ਹੁਣ ਇਹਦੀ ਬਲੀ ਦੇਣੀ, ਇਹਦੀ ਗਰਦਨ ਕੱਟਣੀ ਹੈ। ਜਦੋਂ ਗਹੁ ਦੇ ਨਾਲ ਉਹਨਾਂ ਨੇ ਦੇਖਿਆ ਵੀ ਇਹਦੀ ਤਾਂ ਉਂਗਲ ਕੱਟੀ ਹੋਈ ਹੈ। ਇਹ ਸਾਬਤ ਸੂਰਤ ਨਹੀਂ ਹੈ ਜਿਵੇਂ ਪੰਜਾਂ ਪਿਆਰਿਆਂ ਦੇ ਵਿੱਚ ਵੀ, ਪੰਜਾਂ ਪਿਆਰਿਆਂ ਦੇ ਵਿੱਚ ਉਸ ਨੂੰ ਲਾਇਆ ਜਾਂਦਾ ਵੀ ਮਤਲਬ ਜਿਹੜਾ ਸਾਬਤ ਸੂਰਤ ਵੀ ਹੋਵੇ, ਇਹ ਨਾ ਕੋਈ ਅੰਗ ਹੀ ਕੱਟਿਆ ਹੋਵੇ, ਉਹਦਾ ਉਂਗਲ ਕੱਟੀ ਹੋਵੇ, ਹੱਥ ਪੈਰ ਹੀ ਕੱਟਿਆ। ਪੰਜਾਂ ਪਿਆਰਿਆਂ ਵਿੱਚ ਪੰਜਾਂ ਪਿਆਰਿਆਂ ਦੇ ਵਿੱਚ ਉਸ ਸਿੰਘ ਨੂੰ ਲਾਇਆ ਜਾਂਦਾ ਜਿਹੜਾ ਸੀਰ ਕਰਕੇ ਵੀ ਸਾਬਤ ਹੋਵੇ। ਸੋ ਮਨ ਕਰਕੇ ਵੀ ਸਾਬਤ ਚਾਹੀਦਾ, ਆਤਮਾ ਕਰਕੇ ਵੀ ਸਾਬਤ ਚਾਹੀਦਾ ਹੈ। ਸੋ ਇਸ ਕਰਕੇ ਜਦੋਂ ਉਹਨਾਂ ਨੇ ਗਹੁ ਦੇ ਨਾਲ ਦੇਖਿਆ ਵੀ ਇਹਦੀ ਤਾਂ ਉਂਗਲ ਕੱਟੀ ਹੋਈ, ਉਹ ਕਹਿੰਦੇ ਇਹਦੀ ਬਲੀ ਨਹੀਂ ਦਿੱਤੀ ਜਾ ਸਕਦੀ। ਉਹਨਾਂ ਨੇ ਇਸ ਕਰਕੇ ਛੱਡ ਦਿੱਤਾ ਰਾਜੇ ਦਾ ਤਾਂ ਮਸਾਂ ਸਾਲ ਕੇ ਸਾਹ ਹੈ, ਪਤਾ ਨਹੀਂ ਕਿਵੇਂ ਉਹ ਪਹੁੰਚਿਆ ਇਹਨਾਂ ਨੂੰ। ਉਹਨੂੰ ਯਾਦ ਆਇਆ ਜਿਹੜਾ ਵਜ਼ੀਰ ਨੇ ਕਿਹਾ ਸੀ ਨਾ, ਜੋ ਕੁਛ ਕੀਤਾ ਹੈ ਉਹਨੇ ਚੰਗਾ ਹੀ ਕੀਤਾ। ਜੇ ਸੱਚਮੁੱਚ ਮੇਰੀ ਉਂਗਲ ਨਾ ਕੱਟੀ ਹੁੰਦੀ, ਮੇਰੀ ਗਰਦਨ ਕੱਟੀ ਹੁੰਦੀ। ਉਹ ਪਰਮਾਤਮਾ ਨੇ ਠੀਕ ਕੀਤਾ। ਉਸਨੂੰ ਪਛਤਾਪ ਵੀ ਹੋਇਆ। ਵਜ਼ੀਰ ਦਾ ਕਹਿਣਾ ਯਾਦ ਵੀ ਆਇਆ, ਕਹਿੰਦਾ ਵੀ ਹੁਣੇ ਵਜ਼ੀਰ ਨੂੰ ਲੈ ਕੇ ਆਓ, ਮੈਂ ਉਸ ਤੋਂ ਮੁਆਫੀ ਮੰਗਣੀ ਹੈ। ਅਤੇ ਉਸ ਦਾ ਧੰਨਵਾਦ ਕਰਨ ਵਜ਼ੀਰ ਆ ਗਿਆ। ਰਾਜਾ ਕਹਿੰਦਾ ਵੀ ਵਜ਼ੀਰ ਸਾਹਿਬ ਤੁਸੀਂ ਠੀਕ ਹੈ ਕਿਹਾ ਵੀ ਜੇ ਮੇਰੀ ਉਂਗਲ ਨਾ ਕੱਟੀ ਹੁੰਦੀ, ਮੇਰੀ ਗਰਦਨ ਕੱਟੀ ਜਾਂਦੀ। ਪਰਮਾਤਮਾ ਨੇ ਥੋੜ੍ਹੇ ਵਿੱਚ ਮੇਰਾ ਸਾਥ ਦਿੱਤਾ। ਇਸ ਕਰਕੇ ਤੇਰਾ ਬਹੁਤ ਮੈਂ ਸ਼ੁਕਰਾਨਾ ਕਰਦਾ। ਉਹ ਠੀਕ ਹੀ ਕੀਤਾ ਹੈ।
ਤੇ ਪਰੰਤੂ ਤੇਰੇ ਨਾਲ ਤਾਂ ਜਿਹੜਾ ਨਾ ਬੁਰਾ ਹੋਇਆ, ਮੈਂ ਤੈਨੂੰ ਲਾ ਦਿੱਤਾ ਉਹਦੇ ਤੋਂ, ਪਰੰਤੂ ਤੂੰ ਫਿਰ ਵੀ ਕਿਹਾ ਵੀ ਨਹੀਂ ਪਰਮਾਤਮਾ ਨੇ ਜੋ ਕੀਤਾ ਚੰਗਾ ਹੀ ਕੀਤਾ, ਇਹਦੇ ਵਿੱਚ ਕੀ ਚੰਗਾ ਕੀਤਾ। ਮੰਤਰੀ ਹੱਸ ਕੇ ਕਹਿਣ ਲੱਗ ਗਿਆ, ਰਾਜਾ ਤੂੰ ਤਾਂ ਉਂਗਲ ਕੱਟੀ ਹੋਣ ਕਰਕੇ ਬਚ ਜਾਣਾ ਸੀ, ਜੇ ਤੂੰ ਮੈਨੂੰ ਨੌਕਰੀ ਤੋਂ ਨਾ ਕਰਦਾ ਮੈਂ ਤੇਰੇ ਨਾਲ ਹੋਣਾ ਸੀਗਾ, ਫਿਰ ਮੇਰੀ ਗਰਦਨ ਕੱਟੀ ਜਾਣੀ ਸੀ, ਉਹਨਾਂ ਨੇ ਪਕੜ ਕੇ ਮੇਰੀ ਵਾਰੀ ਦੇਣੀ ਸੀ। ਇਸ ਕਰਕੇ ਮੈਨੂੰ ਵੀ ਜਿਹੜਾ ਪਹਿਲਾਂ ਹੀ ਜਿਹੜਾ ਹੈ ਨੌਕਰੀ ਤੋਂ ਕੱਢ ਦਿੱਤਾ, ਚੰਗਾ ਹੀ ਕੀਤਾ ਪਰਮਾਤਮਾ ਨੇ, ਅੱਛਾ ਹੀ ਕੀਤਾ। ਸਮਝ ਆ ਗਈ, ਕਈ ਵਾਰੀ ਬੰਦੇ ਨੂੰ ਸਮਝ ਨਹੀਂ ਆਉਂਦੀ, ਪਰਮਾਤਮਾ ਗੁਰੂ ਕਿੱਥੋਂ ਬਚਾ ਲੈਂਦਾ। ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਤੁਮ ਕਰੋ ਭਲਾ ਹਮ ਭਲੋ ਨਾ ਜਾਣਾ, ਤੁਸੀਂ ਮਹਾਰਾਜ ਸਾਡਾ ਭਲਾ ਹੀ ਕਰਦੇ ਹੋ। ਅਸੀਂ ਮਨੁੱਖਾ ਜਨਮ ਪਾ ਕੇ ਵੀ ਕਈ ਰੱਬਾ ਤੋਂ ਮੈਨੂੰ ਤੋਂ ਕਰਦਾ ਪਰਮਾਤਮਾ ਜਿਹੜੇ ਮਾਰਦਾ ਜਾਣ ਤੋਂ ਲਾਭ ਨਹੀਂ ਲੈਂਦਾ। ਤੁਸੀਂ ਭਲਾ ਹੀ ਕਰਦੇ ਹੋ, ਅਸੀਂ ਭਲਾ ਨਹੀਂ ਜਾਣਦੇ, ਤੁਸੀਂ ਸਾਡਾ ਭਲਾ ਕਰਦੇ, ਤੁਸੀਂ ਸਾਨੂੰ ਕਿੰਨੀ ਕਿੰਨੀਆਂ ਬਖਸ਼ਿਸ਼ਾਂ ਕਰਦੇ ਹੋ। ਤੁਮ ਕਰੋ ਭਲਾ ਹਮ ਭਲੋ ਨਾ ਜਾਣਾ, ਤੁਮ ਸਦਾ ਸਦਾ ਦਇਆਲਾ, ਤੁਸੀਂ ਸਦਾ ਸਦਾ ਦਇਆਲੂ ਹੀ ਹੋ, ਖੁਸ਼ੀ ਰਹਿੰਦੇ ਹੋ, ਕਿਰਪਾ ਹੀ ਕਰਦੇ ਹੋ, ਦਇਆ ਹੀ ਕਰਦੇ ਹੋ। ਪਰ ਦਿਖਦਾ ਨਹੀਂ ਹੁੰਦਾ, ਕਈ ਵਾਰੀ ਦਿਖਦਾ ਵੀ ਮੇਰੇ ਤੇ ਕੀ ਹੋ ਗਿਆ, ਪਰੰਤੂ ਤੁਸੀਂ ਸਦਾ ਹੀ ਦਇਆਲੂ ਹੋ, ਸਦਾ ਹੀ ਕਿਰਪਾਲੂ ਹੋ ਆਪਣੇ ਸੰਸਾਰ ਤੇ ਜੀਵਨ ਦੇ ਉੱਤੇ। ਤੁਮ ਸੁਖਦਾਈ ਪੁਰਖ ਵਿਧਾਤੇ, ਤੂੰ ਰੱਖੋ ਆਪਣੇ ਬਾਲਾ। ਤੁਮ ਸੁਖਦਾਈ, ਸੁਖ ਦੇਣ ਵਾਲੇ ਹੋ ਤੁਸੀਂ ਮਹਾਰਾਜ, ਪੁਰਖ ਵਿਧਾਤੇ, ਵਿਧਾਤੇ ਪੁਰਖ ਹੋ ਤੁਸੀਂ ਹੀ, ਕਰਮ ਫਲ ਪ੍ਰਦਾਤਾ ਹੋ, ਕਰਮ ਲਿਖਣ ਵਾਲੇ, ਹਿਸਾਬ ਕਿਤਾਬ ਰੱਖਣ ਵਾਲੇ, ਜਿਵੇਂ ਧਰਮਰਾਜ ਦੀ ਡਿਊਟੀ ਲਗਾਈ ਹੋਈ ਹੈ। ਸੋ ਕਰਮਾਂ ਦਾ ਫਲ ਦੇਣ ਵਾਲੇ ਪੁਰਖ ਵਿਧਾਤੇ ਹੋ। ਤੁਮ ਸੁਖਦਾਈ ਪੁਰਖ ਵਿਧਾਤਾ, ਤੁਮ ਰੱਖੋ ਆਪਣੇ ਬਾਲਾ, ਤੁਸੀਂ ਆਪਣੇ ਬੱਚਿਆਂ ਵਾਂਗੂ ਜਿਹੜਾ ਹੈ ਤੁਸੀਂ ਪ੍ਰਤਪਾਲਣਾ ਕਰਦੇ ਹੋ, ਕਿਰਪਾ ਕਰਦੇ ਹੋ, ਸਾਨੂੰ ਆਪਣੇ ਬੱਚਿਆਂ ਵਾਂਗੂ ਰੱਖੋ, ਪਾਲਣਾ ਕਰੋ ਸੱਚੇ ਪਾਤਸ਼ਾਹ ਜੀਓ। ਤੁਮ ਨਿਧਾਨ ਅਟਲ ਸੁਲਤਾਨ, ਜੀ ਜੰਤ ਸਭ ਜਾਚੈ। ਤੁਸੀਂ ਹੇ ਵਾਹਿਗੁਰੂ ਜੀ ਨਿਧਾਨ ਖਜ਼ਾਨੇ ਹੋ, ਅਟਲ ਹੋ, ਜੋ ਟਲਣ ਨਾ ਵਾਲੀ ਸ਼ਕਤੀ ਵਾਹਿਗੁਰੂ ਅਟਲ ਹੈ, ਹੋਰ ਦੁਨੀਆ ਦੇ ਵਿੱਚ ਨਹੀਂ ਕੋਈ ਅਟਲ। ਜਿਵੇਂ ਧਰੂ ਨਾਮ ਜਪ ਕੇ ਅਟਲ ਹੋ ਗਿਆ, ਅਟਲ ਪਿਓ ਧਰੂ ਜਾ ਕੇ ਸਿਮਰਨ ਅਰ ਨਰ ਭੈ ਪਦ ਪਾਇਆ, ਤੁਸੀਂ ਅਟਲ ਹੋ। ਜਿਹੜੇ ਤੁਹਾਡਾ ਸਿਮਰਨ ਕਰਦੇ ਨੇ ਉਹ ਵੀ ਅਟਲ ਹੋ ਜਾਂਦੇ ਹਨ, ਅਟਲ ਵਚਨ ਹੋ ਜਾਂਦੇ ਹਨ। ਟਲਣ ਨਾ ਵਾਲੀ ਪਦਵੀ ਹੈ ਤੁਹਾਡੀ, ਜਿਹੜੀ ਪਦਵੀ ਹੈ ਉਹ ਨਾ ਟਲਣ ਵਾਲੀ ਹੈ। ਇਹ ਨਹੀਂ ਵੀ 1000 ਸਾਲ ਨੂੰ, ਕਰੋੜ ਸਾਲ ਨੂੰ, ਅਰਬ ਸਾਲ ਨੂੰ ਵੀ ਤੁਹਾਡੇ 'ਚ ਕੋਈ ਸ਼ਕਤੀ 'ਚ ਜਾਂ ਤੁਹਾਡੀ ਪਦਵੀ 'ਚ ਕੋਈ ਫਰਕ ਜਾਵੇਗਾ ਨਹੀਂ। ਪਰਮਾਤਮਾ ਨੇ ਤਾਂ ਪਰਮਾਤਮਾ ਹੀ ਰਹਿਣਾ। ਤੁਮ ਨਿਧਾਨ ਅਟਲ ਸੁਲਤਾਨ, ਤੁਸੀਂ ਇਹੋ ਜਿਹੇ ਪਾਤਸ਼ਾਹ ਹੋ, ਤੁਹਾਡੀ ਪਾਤਸ਼ਾਹੀ ਸੁਲਤਾਨ ਜਿਹੜੀ ਨਾ ਟਲਣ ਵਾਲੀ ਪਦਵੀ ਹੈ। ਤੁਮ ਨਿਧਾਨ ਅਟਲ ਸੁਲਤਾਨ, ਜੀ ਜੰਤ ਸਭ ਜਾਚਾ, ਜਿੰਨੇ ਵੀ ਹੋਰ ਜੀਵ ਜੰਤ ਨੇ ਸਭ ਮੰਗਤੇ ਨੇ, ਜਾਚੇ ਤੁਹਾਤੋਂ ਮੰਗਦੇ ਨੇ, ਤੁਹਾਤੋਂ ਦਾਤਾਂ ਲੈਣ ਵਾਲੇ ਹਨ। ਕਹੋ ਨਾਨਕ ਹਮ ਇਹ ਹਵਾਲਾ, ਰਾਖ ਸੰਤਨ ਕੈ ਪਾਛੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਕਹੋ ਨਾਨਕ ਹਮ ਇਹ ਹਵਾਲਾ, ਰਾਖ ਸੰਤਨ ਕੈ ਪਾਛੈ। ਮਹਾਰਾਜ ਜੀ ਸਾਡੀ ਇਹੀ ਬੇਨਤੀ ਹੈ, ਸਾਡੀ ਇਹੀ ਪੁਕਾਰ ਆ, ਸਾਡੇ 'ਤੇ ਇਹੀ ਕਿਰਪਾ ਕਰੋ। ਰਾਖ ਸੰਤਨ ਕੈ ਪਾਛੈ, ਆਪਣੇ ਸੰਤਾਂ ਦੇ ਪਿੱਛੇ ਸਾਨੂੰ ਵੀ ਰੱਖ ਲਿਓ, ਕਿਰਪਾ ਕਰੋ ਮਹਾਰਾਜ। ਅਸੀਂ ਨਾਮ ਤਰੀਕ ਸਿੱਖਾਂ ਅਤੇ ਮਿਹਰ ਕਰੋ, ਕਿਰਪਾ ਕਰੋ ਆਪਣੇ ਸੰਤਾਂ ਦੇ ਪਿੱਛੇ, ਆਪਣੇ ਸੇਵਕਾਂ ਦੇ ਪਿੱਛੇ, ਆਪਣੇ ਪਿਆਰਿਆਂ ਦੇ ਨਾਲ ਹੀ ਰੱਖ ਲਓ ਸਾਨੂੰ ਵੀ। ਰਾਖ ਸੰਤਨ ਕੈ ਪਾਛੈ, ਮਿਹਰ ਕਰੋ, ਕਿਰਪਾ ਕਰੋ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰਿ ਸੋਭਾ, ਚਿੰਤਾ ਲਾਹੇ ਹਮਾਰੀ। ਅਵਰ ਨ ਸੋਝਾ ਦੂਜੀ ਠਾਰ, ਹਾਰ ਪਰੋ ਤੋ ਦੁਆਰੀ। ਸੋ ਇਸੇ ਸ਼ਬਦ ਦੇ ਅੰਦਰ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ, ਰਾਖ ਲਿਓ ਵਾਰੀ, ਕਿ ਸੰਤਾਂ ਕਰਕੇ, ਆਪਣੇ ਭਗਤਾਂ ਕਰਕੇ ਸਾਡੇ 'ਤੇ ਵੀ ਕਿਰਪਾ ਕਰੋ, ਦਇਆ ਕਰੋ। ਜਿਵੇਂ ਇੱਕ ਦੇ ਪਿੱਛੇ ਅਨੇਕਾਂ ਜਿਹੜੇ ਹਨ ਛੁੱਟ ਜਾਂਦੇ ਹਨ, ਹਰ ਇੱਕ ਸੱਥ ਆਇਆ ਵਰਸਾਣੇ ਬਹੁ ਤੇਰੇ।
ਕਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕਾ ਪਾਛਾ। ਸੰਤਾਂ ਦੇ ਪਿੱਛੇ ਸੰਤਾਂ ਕਰਕੇ ਸਾਡੇ ਤੇ ਵੀ ਮਿਹਰ ਕਰੋ, ਕਿਰਪਾ ਕਰੋ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲਾ ਸੁਖ ਨਾਮ ਹਰ ਸੋਵਾ, ਚਿੰਤਾ ਲਾਹੇ ਹਮਾਰੀ। ਆਵਾ ਨਾ ਸੋਝੈ ਤੁਝੀ ਠਾਰ, ਹਾਰ ਪਰੇ ਤੋ ਦੁਆਰੀ। ਸਤਿਗੁਰ ਸੱਚੇ ਪਾਤਸ਼ਾਹ ਜੀਓ ਮਿਹਰ ਕਰੋ, ਕਿਰਪਾ ਕਰੋ, ਦਇਆ ਦ੍ਰਿਸ਼ਟੀ ਕਰੋ। ਆਪਣੇ ਸੰਤਾਂ ਦੇ ਪਿੱਛੇ ਸੰਤਾਂ ਦੀ ਸੰਗਤ ਬਖਸ਼ ਕੇ, ਸੰਤਨ ਬਹੁ ਵਚਨ ਹੈ। ਕਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੈ ਪਾਛਾ। ਉਹਨਾਂ ਦੀ ਸੰਗਤ ਪ੍ਰਦਾਨ ਕਰਕੇ ਸੰਤਾਂ ਦੀ, ਭਗਤਾਂ ਦੀ ਸਾਨੂੰ ਵੀ ਰੱਖ ਲਓ ਮਹਾਰਾਜ, ਸਾਡੇ 'ਤੇ ਵੀ ਕਿਰਪਾ ਕਰੋ, ਸਾਨੂੰ ਵੀ ਬਚਾ ਲਓ ਸੱਚੇ ਪਾਤਸ਼ਾਹ ਜੀ। ਕਿਉਂਕਿ ਬਚਦਾ ਹੀ ਉਹ ਹੈ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ, ਜਿਹਨੂੰ ਇਹ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ, ਸਾਧੂਆਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ, ਸੰਤਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ। ਬਾਕੀ ਜੀਵਾਂ ਦੀ ਹਾਲਤ ਕਿਹੋ ਜਿਹੀ ਹੈ, ਨਾਸਤਕ ਹੋ ਜਾਂਦੇ ਨੇ, ਵਿਸ਼ਵਾਸ ਨਹੀਂ ਵਾਹਿਗੁਰੂ 'ਤੇ, ਭਰੋਸਾ ਨਹੀਂ ਆਉਂਦਾ, ਹੰਕਾਰ ਨਾਲ ਭਰੇ ਰਹਿੰਦੇ ਹਨ। ਜੋ ਕੁਛ ਪ੍ਰਾਪਤ ਵੀ ਕਰ ਲੈਂਦੇ ਨੇ ਮਾੜਾ ਮੋਟਾ ਕੋਈ ਗਿਆਨ ਧਿਆਨ, ਫਿਰ ਬੜੀ ਹਉਮੈ ਗ੍ਰਸਤ ਹੋ ਜਾਂਦੇ ਹਨ। ਸੋ ਪਰੰਤੂ ਜਿਹੜੀ ਸੰਗਤ ਹੈ, ਸੰਤਾਂ ਦੀ ਸੰਗਤ ਹੈ, ਨਿਮਰਤਾ ਜਿਹੜੀ ਹੈਗੀ ਵਿੱਚ ਲੈ ਕੇ ਆਉਂਦੀ ਹੈ, ਸਾਨੂੰ ਜੀਵਨ ਦੀ ਸੇਧ ਬਖਸ਼ਿਸ਼ ਕਰਦੀ ਹੈ। ਸੋ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਇਹ ਬੇਨਤੀਆਂ ਕਰਨੀਆਂ ਸਿਖਾਉਂਦੇ ਹਨ। ਸੋ ਅੱਜ ਦੇ ਸ਼ਬਦ ਦੀ ਵਿਚਾਰ ਦੀ ਜਿਹੜੀ ਹੈ ਇੱਥੇ ਸਮਾਪਤੀ ਹੈ। ਬਹੁਤ ਸਾਰੀਆਂ ਭੁੱਲਾਂ ਅੱਖਰ ਵਾਧੇ ਘੱਟ ਹੋ ਗਏ ਹੋਣਗੇ। ਸੋ ਇਸ ਕਰਕੇ ਤਗੜੇ ਹੋ ਕੇ ਭਾਈ ਸੰਗਤ ਕਰੋ, ਸੇਵਾ ਕਰੋ, ਸਿਮਰਨ ਕਰੋ, ਬੇਨਤੀਆਂ ਕਰੋ। ਮਨੁੱਖਾ ਜਨਮ ਹੈ, ਸੰਗਤ ਸੇਵਾ ਸਿਮਰਨ ਕਰਾਂਗੇ, ਬੇਨਤੀਆਂ ਕਰਾਂਗੇ, ਨਿਮਰਤਾ ਦੇ ਘਰ ਵਿੱਚ ਆਵਾਂਗੇ, ਅਕਾਲ ਪੁਰਖ ਦੀ ਕਿਰਪਾ ਹੋਵੇਗੀ। ਸੋ ਅੱਜ ਦੇ ਸ਼ਬਦ ਦੇ ਅੰਦਰ ਹੀ ਕਿ ਮਤਲਬ ਅਸੀਂ ਕਿਆ ਹਾਂ ਅਤੇ ਤੂੰ ਵਾਹਿਗੁਰੂ ਤੂੰ ਕੀ ਹੈ, ਇਹ ਜਿਹੜਾ ਡਿਫਰੈਂਸ ਦੱਸਿਆ, ਇਹ ਬੇਨਤੀਆਂ ਕਰਨੀਆਂ ਸਿਖਾਈਆਂ ਹਨ। ਨਹੀਂ ਤਾਂ ਜਿਹੜਾ ਜੀਵ ਹੈ ਇਹ ਹੰਕਾਰ ਦੇ ਵਿੱਚ ਆ ਕੇ ਆਪਣੇ ਆਪ ਨੂੰ ਵੀ ਰੱਬ ਸਮਝਣ ਲੱਗ ਜਾਂਦਾ, ਆਪ ਹੀ ਬਹੁਤ ਵੱਡਾ ਬਣਦਾ ਹੈ। ਨਹੀਂ, ਹਮ ਮੈਲੇ ਤੁਮ ਉਜਲ ਕਰਦੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ तुम चतर सियाने, तू सर्व लाक्या ज्ञाता। माधो हम ऐसे तुम ऐसा, माधो हम ऐसे तू ऐसा, हम पापी तू पाप खंडन, नीको ठाकुर देसा। तुम सब साजे साज नवाजे, जियो पिंड दे प्राणा। निर्गुण यारे गुण नहीं कोई, तुम दाम दो मेहरबाना। तुम करो भला हाँ भलो न जाना, तुम सदा सदा दयाला। तुम सुखदाई पुरख विदाते, राखो अपने बाला। तुम नदान अटल सुल्तान, जी जंत सब जाचै, कहो नानक हम यह वाला। राख संतन का पाछा। सो अज दे शब्द की इत्थे ही विचार जिहड़ी समाप्ति भुल्लां चुखां दी सतगुर जी माफ़ी बख्शण, अपने जीवन तो लाभ उठाओ। आओ इत्थे जिहड़ी है अज दी कथा दी समाप्ति है। तुम निधान अटल सुल्तान, जी जंत सब जाचै, कहो नानक हम यह हवाला। राखो संतन कै पाछै। हे अच्युत हे पार ब्रह्म, अविनाशी अगनास। हे पूरन हे सर्वम, दुख भंजन गुणदास। हे संगी हे निर्गुण सबटे, हे गोविंद हे गुण निधान, जाकै सदा विवेक। हे अपरंपर हर हरे, है पी हो अनहार। हे संतां कै सदा संग, निधारा आधार। हे ठाकुर हाँ दासुर, पै निर्गुण गुण नहीं कोय। नानक दीजै नाम दान, राखो ही परो। आए प्रभ शरणागति, कृपा निध दयाल। एक अखर हर मन वस्त, नानक होत निहाल। वाहिगुरु नाम जहाज है, चढ़े सो तरे पार। जो शरदा कर सेम दे, गुरु पार उतारनहार। वाहिगुरु जी का खालसा, वाहिगुरु।